ਲਓ ਸ਼ਰਮਾ ਜੀ, ਖੀਰ ਬਣਾਈ ਹੈ ਤੁਹਾਡੇ ਲਈ। ਅਰੇ ਸ਼੍ਰੀਮਤੀ ਜੀ, ਮੈਂ ਤਾਂ ਮਜ਼ਾਕ ਕਰ ਰਿਹਾ ਸੀ। ਤੁਸੀਂ ਤਾਂ ਸੱਚਮੁੱਚ ਖੀਰ ਬਣਾ ਦਿੱਤੀ। ਤੁਸੀਂ ਵੀ ਨਾ ਮਜ਼ਾਕ। 2 ਦਿਨ ਤੋਂ ਖੀਰ ਦੀ ਰੱਟ ਲਗਾਏ ਹੋ। ਕਿਆ ਮੈਂ ਨਹੀਂ ਜਾਣਦੀ? ਤੁਹਾਨੂੰ 2 ਦਿਨ ਖੀਰ ਨਾ ਮਿਲੇ ਤਾਂ ਬੇਚੈਨ ਹੋ ਜਾਂਦੇ ਹੋ, ਅਤੇ ਹੁਣ ਕਹਿੰਦੇ ਹੋ ਮਜ਼ਾਕ ਕਰ ਰਿਹਾ ਸੀ। ਵਾਹ, ਕਿਆ ਖੀਰ ਬਣਾਈ ਹੈ ਤੁਸੀਂ ਸ਼੍ਰੀਮਤੀ ਜੀ। ਇੱਕ ਗੱਲ ਤਾਂ ਕਹਿਣੀ ਪਵੇਗੀ, ਤੁਹਾਡੇ ਹੱਥਾਂ ਦੀ ਖੀਰ ਵਿੱਚ ਜੋ ਸਵਾਦ ਹੈ, ਉਹ ਦੁਨੀਆ ਦੇ ਸੁਆਦ ਤੋਂ ਸੁਆਦ ਪਕਵਾਨਾਂ ਵਿੱਚ ਵੀ ਨਹੀਂ। ਤੁਸੀਂ ਵੀ ਨਾ ਕੁਝ ਵੀ ਬੋਲਦੇ ਹੋ। ਸ਼ਰਮਾਉਂਦੀ ਅੱਖਾਂ ਵਾਲਾ ਮੁਸਕਰਾਉਂਦਾ ਹੋਇਆ ਸ਼ਾਂਤੀ ਜੀ ਦਾ ਚਿਹਰਾ ਸ਼ਰਮਾ ਜੀ ਦੇ ਮਨ ਵਿੱਚ ਝਲਕ ਰਿਹਾ ਸੀ ਕਿ ਛੋਟੇ ਪੁੱਤ ਅਭਿਸ਼ੇਕ ਦੀ ਆਵਾਜ਼ ਨੇ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ। ਪਿਤਾ ਜੀ, ਉਹ ਪਿਤਾ ਜੀ। ਸ਼ਰਮਾ ਜੀ, ਜੋ ਆਪਣੀ ਪਤਨੀ ਸ਼ਾਂਤੀ ਦੀ ਮਿੱਠੀ ਯਾਦਾਂ ਵਿੱਚ ਗਵਾਚੇ ਹੋਏ ਸੀ, ਅਚਾਨਕ ਤੋਂ ਪੁੱਤ ਦੀ ਆਵਾਜ਼ ਸੁਣ ਕੇ ਨਾ ਚਾਹੁੰਦੇ ਹੋਏ ਵੀ ਆਪਣੇ ਸੁਪਨਿਆਂ ਦੀ ਦੁਨੀਆ ਤੋਂ ਬਾਹਰ ਆ ਗਏ। ਹਾਂ ਹਾਂ, ਬੋਲੋ ਪੁੱਤ। ਪਿਤਾ ਜੀ, ਅਸੀਂ ਘਰ ਪਹੁੰਚ ਚੁੱਕੇ ਹਾਂ। ਚਲੋ ਆਓ। ਗੱਡੀ ਦੇ ਦਰਵਾਜ਼ੇ ਤੋਂ ਬਾਹਰ ਨਿਕਲਦੇ ਹੋਏ ਉਹਨਾਂ ਦੇ ਛੋਟੇ ਪੁੱਤ ਨੇ ਕਿਹਾ। ਰਿਟਾਇਰ ਅਧਿਆਪਕ ਸ਼ਰਮਾ ਜੀ ਦੇ 2 ਪੁੱਤ ਅਤੇ 1 ਬੇਟੀ ਹੈ। ਤਿੰਨਾਂ ਬੱਚਿਆਂ ਦੇ ਵਿਆਹ ਹੋ ਚੁੱਕੇ ਹਨ। ਵੱਡਾ ਪੁੱਤ ਸੁਨੀਲ ਅਤੇ ਛੋਟਾ ਪੁੱਤ ਅਭਿਸ਼ੇਕ ਹੈ। ਵੱਡੇ ਪੁੱਤ ਅਤੇ ਨੂੰਹ ਦੇ ਨਾਲ ਉਹਨਾਂ ਦੇ ਕੁਝ ਖਾਸ ਚੰਗੇ ਅਨੁਭਵ ਨਹੀਂ ਰਹੇ ਸੀ। ਇਸ ਲਈ ਆਪਣੀ ਪਤਨੀ ਦੇ ਅੰਤਿਮ ਸੰਸਕਾਰ ਅਤੇ 13ਵੀਂ ਦੇ ਬਾਅਦ ਆਪਣਾ ਪਿੰਡ ਛੱਡ ਕੇ ਆਪਣੇ ਛੋਟੇ ਪੁੱਤ ਨੂੰਹ ਦੇ ਘਰ ਆਏ ਹੋਏ ਸੀ ਸ਼ਰਮਾ ਜੀ। ਦਰਅਸਲ ਇਹ ਘਰ ਸ਼ਰਮਾ ਜੀ ਨੇ ਹੀ ਖਰੀਦ ਕੇ ਦਿੱਤਾ ਸੀ ਆਪਣੇ ਛੋਟੇ ਪੁੱਤ ਨੂੰ, ਇਹ ਸੋਚ ਕੇ ਕਿ ਰਿਟਾਇਰ ਹੋਣੇ ਦੇ ਬਾਅਦ ਦੋਵੇਂ ਬਜ਼ੁਰਗ ਆਪਣਾ ਬੁਢਾਪਾ ਆਰਾਮ ਨਾਲ ਕੱਟਣਗੇ। ਆਪਣੇ ਪੁੱਤ ਨੂੰਹ ਦੇ ਨਾਲ ਇੱਕ ਕਮਰਾ ਆਪਣੇ ਅਤੇ ਆਪਣੀ ਪਤਨੀ ਦੇ ਰਹਿਣੇ ਦੇ ਲਈ ਵੀ ਬਣਵਾਇਆ ਸੀ ਸ਼ਰਮਾ ਜੀ ਨੇ ਇਸ ਘਰ ਵਿੱਚ। ਪਰ 2 ਸਾਲ ਹੋ ਗਏ ਸੀ ਉਹਨਾਂ ਨੂੰ ਆਪਣੀ ਨੌਕਰੀ ਤੋਂ ਰਿਟਾਇਰ ਹੋਏ, ਪਰ ਉਹ ਹੁਣ ਤੱਕ ਪਿੰਡ ਵਿੱਚ ਹੀ ਰਹਿ ਰਹੇ ਸੀ। ਸ਼ਾਂਤੀ ਜੀ ਹਮੇਸ਼ਾ ਆਪਣੇ ਪਤੀ ਨੂੰ ਇਹ ਕਹਿ ਕੇ ਸ਼ਹਿਰ ਆਉਣੇ ਤੋਂ ਹਮੇਸ਼ਾ ਰੋਕ ਦਿੰਦੀ ਸੀ ਕਿ ਕਿਉਂ ਪੁੱਤ ਨੂੰਹ ਦੀ ਜ਼ਿੰਦਗੀ ਵਿੱਚ ਦਖਲ ਦੇਣਾ। ਇੱਥੇ ਹੀ ਠੀਕ ਹੈ। ਸਾਰੀ ਜ਼ਿੰਦਗੀ ਤਾਂ ਅਸੀਂ ਲੋਕਾਂ ਨੇ ਇੱਥੇ ਗੁਜ਼ਾਰੀ ਹੈ। ਜੋ ਥੋੜ੍ਹੀ ਬਹੁਤੀ ਬਚੀ ਹੈ ਉਸ ਨੂੰ ਵੀ ਇੱਥੇ ਰਹਿ ਕੇ ਗੁਜ਼ਾਰ ਲਵਾਂਗੇ। ਸ਼ਰਮਾ ਜੀ ਦਾ ਦਿਲ ਤਾਂ ਕਰਦਾ ਸੀ ਮੁੰਬਈ ਆ ਕੇ ਪੁੱਤ ਨੂੰਹ ਦੇ ਕੋਲ ਆ ਕੇ ਰਹਿਣੇ ਦਾ, ਪਰ ਪਤਨੀ ਦੇ ਰੋਕਣੇ ਪਰ ਉਹਨਾਂ ਦੀ ਇਹ ਇੱਛਾ ਮਰ ਜਾਂਦੀ ਸੀ। ਪਰ ਹੁਣ ਸ਼ਾਂਤੀ ਜੀ ਵੀ ਨਹੀਂ ਸੀ, ਇਸ ਲਈ ਸ਼ਰਮਾ ਜੀ ਵੀ ਉਹਨਾਂ ਦੇ ਬਿਨਾਂ ਇਕੱਲੇ ਜਿਹੇ ਹੋ ਗਏ ਸੀ, ਤਾਂ ਆਪਣੇ ਪੁੱਤਾਂ ਨੂੰਹਾਂ ਦੇ ਕਹਿਣੇ ਪਰ ਉਹਨਾਂ ਦੇ ਨਾਲ ਮੁੰਬਈ ਚੱਲ ਆਏ। ਘਰ ਵਿੱਚ ਵੜਦੇ ਹੀ ਸ਼ਰਮਾ ਜੀ ਦੇ ਪੈਰ ਇੱਕ ਗੁਦਗੁਦੇ ਮੈਟ ਪਰ ਪਏ ਅਤੇ ਉਹ ਠਿਠਕ ਕੇ ਪਿੱਛੇ ਹੋ ਗਏ। ਸਹਿਮੇ ਹੋਏ ਕਦਮਾਂ ਨਾਲ ਚੱਲਦੇ ਹੋਏ ਅੰਦਰ ਆਏ। ਮਖਮਲੀ ਅਤੇ ਆਰਾਮਦਾਇਕ ਸੋਫੇ ਪਰ ਜਿਵੇਂ ਹੀ ਬੈਠੇ ਤਾਂ ਇਵੇਂ ਲੱਗਾ ਮੰਨੋ ਸਵਰਗ ਇਹੀ ਹੈ। ਘਰ ਦੀ ਤਾਂ ਕਾਇਆ ਪਲਟ ਕਰ ਦਿੱਤੀ ਪੁੱਤ ਤੁਸੀਂ। ਜਦ ਖਰੀਦਿਆ ਸੀ ਜਦੋਂ ਤਾਂ ਬਹੁਤ ਅਲੱਗ ਦਿਖਦਾ ਸੀ। ਪੂਰੇ ਘਰ ਨੂੰ ਹੈਰਾਨੀ ਭਰੀ ਨਜ਼ਰਾਂ ਨਾਲ ਦੇਖਦੇ ਹੋਏ ਪਿਤਾ ਜੀ ਬੋਲੇ। ਤਾਂ ਪੁੱਤ ਨੇ ਜਵਾਬ ਦਿੱਤਾ, ਜੀ ਹਾਂ ਪਿਤਾ ਜੀ, ਕੁਝ ਸਮੇਂ ਪਹਿਲਾਂ ਹੀ ਤਾਂ ਰਿਪੇਅਰ ਕਰਵਾਈ ਸੀ ਅਤੇ ਨਵਾਂ ਫਰਨੀਚਰ ਖਰੀਦਿਆ ਸੀ। ਇੰਨਾ ਆਰਾਮਦਾਇਕ ਘਰ ਹੈ। ਸੋਚਦੇ ਹੋਏ ਸ਼ਰਮਾ ਜੀ ਮਨ ਹੀ ਮਨ ਆਪਣੀ ਪਤਨੀ ਸ਼ਾਂਤੀ ਨਾਲ ਗੱਲ ਕਰਨ ਲੱਗੇ। ਸ਼ਾਂਤੀ, ਜੇਕਰ ਅੱਜ ਤੂੰ ਹੁੰਦੀ ਤਾਂ ਆਪਣਾ ਇਹ ਘਰ ਦੇਖ ਕੇ ਕਿੰਨਾ ਖੁਸ਼ ਹੁੰਦੀ। ਇਹ ਆਲੀਸ਼ਾਨ ਘਰ, ਆਰਾਮਦਾਇਕ ਫਰਨੀਚਰ ਅਤੇ ਨਰਮ ਸੋਫੇ। ਤੇਰੀ ਛੋਟੀ ਨੂੰਹ ਨੇ ਸ਼ਰਬਤ ਵੀ ਬਣਾ ਕੇ ਦਿੱਤਾ ਹੈ ਮੈਨੂੰ। ਹੁਣ ਤੂੰ ਮੇਰੀ ਚਿੰਤਾ ਨਾ ਕਰਨਾ। ਆਓ ਪਿਤਾ ਜੀ, ਤੁਹਾਡਾ ਸਮਾਨ ਰੱਖ ਦਿੰਦਾ ਹਾਂ, ਛੋਟੇ ਪੁੱਤ ਨੇ ਕਿਹਾ। ਤਾਂ ਪਿਤਾ ਜੀ ਮੁਸਕਰਾਉਂਦੇ ਹੋਏ ਆਪਣੇ ਕਮਰੇ ਦੀ ਤਰਫ ਦੇਖਣ ਲੱਗੇ। ਅੰਦਰ ਦੇਖਿਆ ਤਾਂ ਵੱਡਾ ਜਿਹਾ ਆਰਾਮਦਾਇਕ ਬੈੱਡ ਸਜਿਆ ਸੀ ਉਹਨਾਂ ਦੇ ਕਮਰੇ ਵਿੱਚ। ਪਰ ਇਹ ਕਿਆ
ਅਭਿਸ਼ੇਕ ਤਾਂ ਪਿਤਾ ਜੀ ਦਾ ਸਮਾਨ ਲੈ ਕੇ ਪੌੜੀਆਂ ਦੀ ਤਰਫ ਚੱਲ ਪਿਆ। ਪੁੱਤ, ਪਰ ਮੇਰਾ ਕਮਰਾ ਤਾਂ ਇਹ ਹੈ ਨਾ। ਨਹੀਂ ਪਿਤਾ ਜੀ, ਦਰਅਸਲ ਤੁਹਾਡੀ ਨੂੰਹ ਮੀਨਾ ਦਾ ਭਾਈ ਅੱਜ ਕੱਲ੍ਹ ਟ੍ਰੇਨਿੰਗ ਦੇ ਲਈ ਇਸ ਸ਼ਹਿਰ ਵਿੱਚ ਆਇਆ ਹੋਇਆ ਹੈ। ਅਕਸਰ ਘਰ ਪਰ ਆਉਂਦਾ ਰਹਿੰਦਾ ਹੈ ਤਾਂ ਇਸੇ ਕਮਰੇ ਵਿੱਚ ਰੁਕਦਾ ਹੈ। ਪੌੜੀਆਂ ਚੜ੍ਹ ਕੇ ਉੱਪਰ ਪਹੁੰਚੇ ਤਾਂ ਅਭਿਸ਼ੇਕ ਨੇ ਲੰਬੀ ਚੌੜੀ ਛੱਤ ਦੇ ਇੱਕ ਕੋਨੇ ਵਿੱਚ ਬਣੇ ਟੀਨ ਦੀ ਛੱਤ ਵਾਲੇ ਕਮਰੇ ਨੂੰ ਖੋਲ੍ਹ ਕੇ ਦਿਖਾਉਂਦੇ ਹੋਏ ਕਿਹਾ, ਪਿਤਾ ਜੀ, ਇਹ ਹੈ ਘਰ ਦਾ ਕਬਾੜਖਾਨਾ, ਜਿੱਥੇ ਘਰ ਦੀ ਸਾਰੀ ਟੁੱਟੀ ਫੁੱਟੀ ਚੀਜ਼ਾਂ ਇਕੱਠੀਆਂ ਕਰ ਦਿੱਤੀ ਜਾਂਦੀ ਹਨ ਅਤੇ ਦੀਵਾਲੀ ਦੇ ਤਿਉਹਾਰ ਪਰ ਇਸ ਦੀ ਸਫਾਈ ਕਰ ਦਿੱਤੀ ਜਾਂਦੀ ਹੈ। ਇੱਥੇ ਹੀ ਉੱਪਰ ਇੱਕ ਬਾਥਰੂਮ ਅਤੇ ਟੋਇਲਟ ਵੀ ਬਣਿਆ ਹੋਇਆ ਹੈ। ਪਿਤਾ ਜੀ ਨੇ ਦੇਖਿਆ ਕਿ ਉਸੀ ਕਬਾੜਖਾਨੇ ਦੇ ਅੰਦਰ ਇੱਕ ਫੋਲਡਿੰਗ ਚਾਰਪਾਈ ਪਰ ਬਿਸਤਰ ਲੱਗਿਆ ਹੋਇਆ ਹੈ। ਇੱਥੇ ਹਲੇ ਕੁਝ ਖਾਸ ਸਮਾਨ ਨਹੀਂ ਪਿਆ ਹੈ, ਇਸ ਲਈ ਤੁਹਾਡੇ ਰਹਿਣੇ ਦਾ ਇੰਤਜ਼ਾਮ ਇੱਥੇ ਕਰ ਦਿੱਤਾ ਹੈ। ਕਹਿੰਦੇ ਹੋਏ ਅਭਿਸ਼ੇਕ ਨੇ ਉਸ ਚਾਰਪਾਈ ਪਰ ਪਿਤਾ ਜੀ ਦਾ ਸਮਾਨ ਰੱਖ ਦਿੱਤਾ। ਸ਼ਰਮਾ ਜੀ ਦੇ ਤਾਂ ਜਿਵੇਂ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਉਹਨਾਂ ਨੂੰ ਆਪਣੀ ਅੱਖਾਂ ਅਤੇ ਕੰਨਾਂ ਪਰ ਯਕੀਨ ਨਹੀਂ ਹੋਇਆ। ਉਹਨਾਂ ਨੂੰ ਇਵੇਂ ਲੱਗਾ ਜਿਵੇਂ ਕਿਸੇ ਨੇ ਉਹਨਾਂ ਨੂੰ ਉਚਾਈ ਪਰ ਲੈ ਜਾ ਕੇ ਜ਼ਮੀਨ ਪਰ ਸੁੱਟ ਦਿੱਤਾ ਹੋਵੇ। ਉਹਨਾਂ ਨੇ ਪਲਟ ਕੇ ਦੇਖਿਆ ਤਾਂ ਅਭਿਸ਼ੇਕ ਆਪਣਾ ਫਰਜ਼ ਨਿਭਾ ਕੇ ਉਹਨਾਂ ਨੂੰ ਇਕੱਲਾ ਛੱਡ ਕੇ ਨੀਚੇ ਜਾ ਚੁੱਕਿਆ ਸੀ। ਇਹ ਸਭ ਦੇਖ ਕੇ ਪਿਤਾ ਜੀ ਤੋਂ ਖੁਦ ਨੂੰ ਸੰਭਾਲ ਪਾਉਣਾ ਮੁਸ਼ਕਿਲ ਹੋ ਗਿਆ। ਉਹ ਉਸੀ ਚਾਰਪਾਈ ਪਰ ਬੈਠ ਕੇ ਸੋਚਣ ਲੱਗੇ ਕਿ ਇਹ ਕੈਸਾ ਆਧੁਨਿਕ ਇੰਤਜ਼ਾਮ ਹੈ, ਜਿੱਥੇ ਬੱਚਿਆਂ ਲਈ ਤਾਂ ਅਲੱਗ ਕਮਰਾ ਹੈ, ਇੱਥੋਂ ਤੱਕ ਕਿ ਆਉਣ ਜਾਣ ਵਾਲੇ ਮਹਿਮਾਨਾਂ ਦੇ ਲਈ ਵੀ ਅਲੱਗ ਕਮਰੇ ਦਾ ਇੰਤਜ਼ਾਮ ਹੈ। ਪਰ ਘਰ ਦੇ ਵੱਡੇ ਬੁੱਢੇ ਬਾਪ ਦੇ ਲਈ ਨਹੀਂ। ਮੇਰੇ ਲਈ ਇਹ ਕਬਾੜ ਦਾ ਕਮਰਾ। ਕਹਿੰਦੇ ਹੋਏ ਆਪਣੀ ਸੰਦੂਕ ਵਿੱਚ ਤੋਂ ਆਪਣੀ ਪਤਨੀ ਦੀ ਫੋਟੋ ਕੱਢੀ ਅਤੇ ਆਪਣੀ ਚਾਰਪਾਈ ਦੇ ਕੋਲ ਰੱਖੇ ਹੋਏ ਇੱਕ ਮੇਜ਼ ਪਰ ਰੱਖ ਦਿੱਤੀ। ਕੋਈ ਹੋਰ ਹੋਵੇ ਜਾਂ ਨਾ ਹੋਵੇ, ਤੂੰ ਮੇਰੇ ਨਾਲ ਹਮੇਸ਼ਾ ਰਹੇਂਗੀ ਸ਼ਾਂਤੀ। ਕਹਿੰਦੇ ਕਹਿੰਦੇ ਉਹਨਾਂ ਦੀ ਅੱਖਾਂ ਵਿੱਚ ਹੰਝੂ ਨਿਕਲ ਗਏ। ਸੋਚਣ ਲੱਗੇ, ਜਦ ਆਪਣੀ 35 ਸਾਲ ਦੀ ਨੌਕਰੀ ਪੂਰੀ ਕਰਕੇ ਸਰਕਾਰੀ ਸਕੂਲ ਤੋਂ ਰਿਟਾਇਰ ਹੋਇਆ ਸੀ ਤਾਂ ਇਸ ਦਿਨ ਦੀ ਕਲਪਨਾ ਵੀ ਨਹੀਂ ਕੀਤੀ ਸੀ ਕਿ ਇਹ ਦਿਨ ਵੀ ਦੇਖਣਾ ਪਵੇਗਾ। ਜਿੱਥੇ ਵੀ ਜਾਂਦਾ ਸੀ ਲੋਕ ਮਾਸਟਰ ਜੀ ਕਹਿ ਕੇ ਕਿੰਨਾ ਸਨਮਾਨ ਦਿੰਦੇ ਸੀ। ਇੰਨੀ ਇੱਜ਼ਤ ਪਾ ਕੇ ਸੀਨਾ ਗਰਵ ਨਾਲ ਚੌੜਾ ਹੋ ਜਾਂਦਾ ਸੀ। ਆਪਣਾ ਪਿੰਡ ਛੱਡਣ ਦਾ ਮਨ ਤਾਂ ਨਹੀਂ ਹੁੰਦਾ ਸੀ, ਪਰ ਪਤਨੀ ਦੇ ਜਾਣੇ ਦੇ ਬਾਅਦ ਦੋਵੇਂ ਪੁੱਤ ਦੀ ਦਲੀਲਾਂ ਦੇ ਅੱਗੇ ਮੈਂ ਸਮਰਪਣ ਕਰ ਦਿੱਤਾ। ਤੁਸੀਂ ਵੀ ਵੈਸੇ ਵੀ ਬਿਮਾਰ ਰਹਿੰਦੇ ਹੋ, ਇਕੱਲੇ ਕਿਵੇਂ ਰਹੋਗੇ, ਖਾਣਾ ਕੌਣ ਪਕਾਏਗਾ, ਵਗੈਰਾ ਵਗੈਰਾ। ਆਪਣੀ ਇੱਜ਼ਤ ਦਾ ਵਾਸਤਾ ਦੇ ਕੇ ਪਿੰਡ ਛੱਡ ਕੇ ਸ਼ਹਿਰ ਆਉਣੇ ਨੂੰ ਮਨਾ ਲਿੱਤਾ ਅਤੇ ਲੈ ਆਏ ਮੈਨੂੰ ਇੱਥੇ ਕਬਾੜ ਬਣਾ ਕੇ ਕਬਾੜਖਾਨੇ ਵਿੱਚ ਰੱਖਣੇ ਦੇ ਲਈ। ਮੇਰੀ ਵੀ ਮੱਤ ਮਾਰੀ ਗਈ ਸੀ ਕਿ ਮੈਂ ਪਿੰਡ ਦਾ ਮਕਾਨ ਅਤੇ ਜ਼ਮੀਨ ਵੇਚਣੇ ਦੇ ਲਈ ਪ੍ਰਾਪਰਟੀ ਡੀਲਰ ਨੂੰ ਕਹਿ ਆਇਆ। ਨਹੀਂ, ਹੁਣੇ ਮੈਂ ਕਬਾੜ ਨਹੀਂ ਹੋਇਆ ਹਾਂ। ਕਹਿੰਦੇ ਹੋਏ ਸ਼ਰਮਾ ਜੀ ਨੇ ਆਪਣੀ ਅੱਖਾਂ ਦੇ ਹੰਝੂ ਪੂੰਝੇ ਅਤੇ ਹੱਥ ਮੂੰਹ ਸਾਫ਼ ਕਰਕੇ ਨੀਚੇ ਉਤਰਨ ਲੱਗੇ। ਨੀਚੇ ਤੋਂ ਹੱਸੀ ਮਜ਼ਾਕ ਦੀ ਆਵਾਜ਼ ਆ ਰਹੀ ਸੀ। ਪੌੜੀਆਂ ਤੋਂ ਨੀਚੇ ਉਤਰਦੇ ਹੋਏ ਉਹਨਾਂ ਨੇ ਦੇਖਿਆ ਕਿ ਅਭਿਸ਼ੇਕ ਆਪਣੀ ਪਤਨੀ ਮੀਨਾ ਅਤੇ ਆਪਣੇ ਸਾਲੇ ਦੇ ਨਾਲ ਮਜ਼ਾਕ ਮਸਤੀ ਕਰ ਰਿਹਾ ਸੀ। ਸਾਰੇ ਸ਼ਾਮ ਦੀ ਚਾਹ ਦਾ ਆਨੰਦ ਲੈਂਦੇ ਹੋਏ ਹੱਸ ਰਹੇ ਸੀ ਅਤੇ ਗੱਲਾਂ ਕਰ ਰਹੇ ਸੀ। ਜਿਵੇਂ ਹੀ ਪਿਤਾ ਜੀ ਆਏ ਸਾਰੇ ਲੋਕ ਸੱਕ ਪਕਾ ਗਏ। ਪਿਤਾ ਜੀ ਵੀ ਚਾਹੁੰਦੇ ਸੀ ਕਿ ਇਸ ਮਨੋਰੰਜਨ ਵਿੱਚ ਭਾਗ ਲੈਣ, ਪਰ ਉਹਨਾਂ ਦੇ ਆਉਂਦੇ ਹੀ ਸਾਰੇ ਲੋਕਾਂ ਨੂੰ ਨਿਰਾਸ਼ ਹੁੰਦਾ ਦੇਖ ਕੇ ਉਹਨਾਂ ਦਾ ਮਨ ਹੋਰ ਉਦਾਸ ਹੋ ਗਿਆ। ਦੇਖਿਆ ਕਿ ਅਭਿਸ਼ੇਕ ਦੇ ਦੋਵੇਂ ਬੱਚੇ ਪਾਰਕ ਜਾਣੇ ਦੀ ਜਿੱਦ ਕਰ ਰਹੇ ਸੀ ਤਾਂ ਪਿਤਾ ਜੀ ਉਹਨਾਂ ਦੇ ਨਾਲ ਪਾਰਕ ਚੱਲ ਗਏ। ਪਾਰਕ ਵਿੱਚ ਖੇਡਦੇ ਬੱਚਿਆਂ ਨੂੰ ਦੇਖ ਕੇ ਕੁਝ ਸਮੇਂ ਦੇ ਲਈ
ਪਿਤਾ ਜੀ ਆਪਣੇ ਦੁੱਖਾਂ ਨੂੰ ਭੁੱਲ ਗਏ ਅਤੇ ਉਹਨਾਂ ਦੀ ਮਸਤੀ ਵਿੱਚ ਸ਼ਾਮਿਲ ਹੋ ਗਏ। ਜਿਵੇਂ ਤਿਵੇਂ ਪਿਤਾ ਜੀ ਨੂੰ ਹੌਲੀ-ਹੌਲੀ ਸ਼ਹਿਰ ਵਿੱਚ ਰਹਿਣੇ ਦੀ ਆਦਤ ਪੈ ਰਹੀ ਸੀ, ਪਰ ਉਹ ਚੰਗੀ ਤਰ੍ਹਾਂ ਮਹਿਸੂਸ ਕਰ ਪਾ ਰਹੇ ਸੀ ਕਿ ਉਹਨਾਂ ਦੇ ਪੁੱਤ ਅਭਿਸ਼ੇਕ ਨੂੰ ਆਪਣੇ ਪਿਤਾ ਜੀ ਦੀ ਮੌਜੂਦਗੀ ਵਿੱਚ ਬੇਆਰਾਮੀ ਮਹਿਸੂਸ ਹੋ ਰਹੀ ਸੀ। ਪਿੰਡ ਤੋਂ ਆਏ ਪਿਤਾ ਜੀ ਉਹਨਾਂ ਨੂੰ ਆਪਣੇ ਸ਼ਹਿਰੀ ਮਾਹੌਲ ਵਿੱਚ ਬੇਢੰਗੇ ਪ੍ਰਤੀਤ ਹੋ ਰਹੇ ਸੀ। ਇੱਕ ਦਿਨ ਜਦ ਅਭਿਸ਼ੇਕ ਦੇ ਦਫ਼ਤਰ ਤੋਂ ਕੁਝ ਸਾਥੀ ਘਰ ਪਰ ਆਏ ਸੀ ਤਾਂ ਪਿਤਾ ਜੀ ਲੁੰਗੀ ਅਤੇ ਬਨੈਣ ਪਹਿਨੇ ਸੋਫੇ ਪਰ ਬੈਠੇ ਹੋਏ ਸੀ। ਪੁੱਤ ਦੇ ਸਾਰੇ ਦੋਸਤਾਂ ਨੇ ਉਹਨਾਂ ਨਾਲ ਚੰਗੀ ਤਰ੍ਹਾਂ ਗੱਲ ਕੀਤੀ, ਪਰ ਅਭਿਸ਼ੇਕ ਨੂੰ ਪਿਤਾ ਜੀ ਦੇ ਪਹਿਰਾਵੇ ਤੋਂ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ। ਆਪਣੇ ਦੋਸਤਾਂ ਦੇ ਜਾਂਦੇ ਹੀ ਅਭਿਸ਼ੇਕ ਦਾ ਗੁੱਸਾ ਪਿਤਾ ਜੀ ਪਰ ਫੁੱਟ ਪਿਆ ਅਤੇ ਉਹਨਾਂ ਨੂੰ ਆਪਣੇ ਕਮਰੇ ਵਿੱਚ ਯਾਨੀ ਕਿ ਕਬਾੜਖਾਨੇ ਵਿੱਚ ਹੀ ਰਹਿਣੇ ਦੀ ਸਖਤ ਹਦਾਇਤ ਦੇ ਦਿੱਤੀ ਗਈ। ਇਵੇਂ ਹੀ ਦਿਨ ਲੰਘਦੇ ਗਏ ਤੇ ਹੌਲੀ-ਹੌਲੀ ਪਿਤਾ ਜੀ ਨੇ ਵੀ ਆਪਣੀ ਕਿਸਮਤ ਨੂੰ ਸਵੀਕਾਰ ਕਰ ਲਿਆ। ਪਿਤਾ ਜੀ ਨੇ ਹੁਣ ਸਬਜ਼ੀ ਅਤੇ ਦੁੱਧ ਲਿਆਉਣੇ ਦੀ ਜ਼ਿੰਮੇਵਾਰੀ ਖੁਦ ਹੀ ਆਪਣੇ ਮੋਢਿਆਂ ਪਰ ਲੈ ਲਿੱਤੀ ਅਤੇ ਕਦੀ-ਕਦੀ ਬੱਚਿਆਂ ਨੂੰ ਵੀ ਸਕੂਲ ਛੱਡਣੇ ਦੇ ਲਈ ਬੱਸ ਸਟਾਪ ਤੱਕ ਚਲੇ ਜਾਂਦੇ ਸੀ। ਖਾਲੀ ਬੈਠ ਕੇ ਉਦਾਸ ਹੋਣ ਤੋਂ ਤਾਂ ਠੀਕ ਹੀ ਸੀ, ਥੋੜ੍ਹਾ ਟਹਿਲ ਵੀ ਆਉਂਦੇ ਸੀ। ਬੱਚਿਆਂ ਦੇ ਨਾਲ ਥੋੜ੍ਹਾ ਮਸਤੀ ਮਜ਼ਾਕ ਵੀ ਹੋ ਜਾਂਦਾ ਸੀ ਅਤੇ ਆਪਣੀ ਉਮਰ ਦੇ ਲੋਕਾਂ ਦੇ ਨਾਲ ਕੁਝ ਗੱਲਬਾਤ ਵੀ। ਅੱਜ ਸਵੇਰੇ ਜਦ ਪਿਤਾ ਜੀ ਰੋਜ਼ਾਨਾ ਦੀ ਤਰ੍ਹਾਂ ਜਾਗੇ ਤਾਂ ਇਲਾਇਚੀ ਬਦਾਮ ਵਾਲਾ ਦੁੱਧ ਪੀਣੇ ਨੂੰ ਉਹਨਾਂ ਦਾ ਦਿਲ ਕਰ ਰਿਹਾ ਸੀ। ਇੰਨੇ ਵਿੱਚ ਨੂੰਹ ਦੀ ਆਵਾਜ਼ ਆਈ, "ਲਵੋ ਪਿਤਾ ਜੀ ਚਾਹ," ਕਹਿੰਦੇ ਹੋਏ ਮੀਨਾ ਚਾਹ ਦਾ ਕੱਪ ਪਿਤਾ ਜੀ ਦੇ ਹੱਥਾਂ ਵਿੱਚ ਫੜਾ ਕੇ ਚਲੀ ਗਈ। ਦੇਖਿਆ ਤਾਂ ਕੱਪ ਵਿੱਚ ਉਹੀ ਕਾਲੇ ਰੰਗ ਦਾ ਸ਼ਹਿਰੀ ਕਾੜਾ ਸੀ, ਜਿਸ ਨੂੰ ਪੀਣਾ ਸ਼ਹਿਰੀ ਲੋਕ ਆਪਣਾ ਸਟੇਟਸ ਸਿੰਬਲ ਸਮਝਦੇ ਸੀ। ਪਿੰਡ ਵਿੱਚ ਰੋਜ਼ ਸਵੇਰੇ ਪਤਨੀ ਦੇ ਹੱਥੋਂ ਇਲਾਇਚੀ ਵਾਲਾ ਦੁੱਧ ਪੀਣੇ ਦੇ ਆਦੀ ਪਿਤਾ ਜੀ ਨੇ ਆਪਣੀ ਇੱਛਾ ਮਨ ਹੀ ਮਨ ਵਿੱਚ ਦਬਾ ਦਿੱਤੀ, ਪਰ ਹਿੰਮਤ ਨਹੀਂ ਹੋਈ ਕਿ ਨੂੰਹ ਨੂੰ ਇਹ ਕਹਿ ਦੇਣ ਕਿ ਅੱਜ ਚਾਹ ਨਹੀਂ, ਦੁੱਧ ਪੀਣੇ ਦਾ ਮਨ ਹੈ। ਹੁੰਦੀ ਵੀ ਕਿਵੇਂ, ਪਹਿਲਾਂ ਇੱਕ ਵਾਰ ਪਿਤਾ ਜੀ ਨੇ ਦੁੱਧ ਮੰਗਿਆ ਸੀ ਤਾਂ ਨੂੰਹ ਨੇ ਦੁੱਧ ਲਿਆ ਤਾਂ ਦਿੱਤਾ ਸੀ, ਪਰ ਗੁੱਸੇ ਵਿੱਚ ਇਵੇਂ ਭਾਵ ਦਿਖਾਏ ਕਿ ਜਿਵੇਂ ਕਿਸੇ ਗਵਾਰ ਨਾਲ ਪਾਲਾ ਪਿਆ ਹੋ। ਸੋਚਦੇ-ਸੋਚਦੇ ਸ਼ਰਮਾ ਜੀ ਨੇ ਘੜੀ ਦੀ ਤਰਫ ਦੇਖਿਆ। ਦੁੱਧ ਲਿਆਉਣੇ ਦਾ ਸਮੇਂ ਹੋ ਰਿਹਾ ਸੀ। ਪਿਤਾ ਜੀ ਨੇ ਜਲਦੀ ਨਾਲ ਚਾਹ ਪੀਤੀ ਅਤੇ ਨੀਚੇ ਉਤਰ ਆਏ। ਸੋਚਿਆ ਜੇਕਰ ਦੇਰ ਹੋ ਗਈ ਤਾਂ ਦੁੱਧ ਨਹੀਂ ਮਿਲੇਗਾ ਅਤੇ ਫਿਰ ਨੂੰਹ ਦੀ ਚਾਰ ਗੱਲਾਂ ਵੀ ਸੁਣਨੀਆਂ ਪੈਣਗੀਆਂ। ਪਿਤਾ ਜੀ ਨੂੰ ਨੀਚੇ ਆਉਂਦੇ ਦੇਖ ਛੋਟੀ ਨੂੰਹ ਮੀਨਾ ਨੇ ਮੇਜ਼ ਪਰ ਥੈਲਾ ਅਤੇ 200 ਰੁਪਏ ਰੱਖ ਦਿੱਤੇ। ਦੁੱਧ ਲੈਣ ਦੇ ਲਈ ਜਾ ਹੀ ਰਹੇ ਸੀ ਕਿ ਦੇਖਿਆ ਕਿ ਬੱਚੇ ਵੀ ਸਕੂਲ ਜਾਣੇ ਦੇ ਲਈ ਤਿਆਰ ਹਨ। "ਚਲੋ ਬੱਚਿਓ, ਅੱਜ ਤੁਹਾਨੂੰ ਬੱਸ ਸਟਾਪ ਪਰ ਮੈਂ ਛੱਡ ਦਿੰਦਾ ਹਾਂ।" "ਨਹੀਂ ਪਿਤਾ ਜੀ, ਬੱਚਿਆਂ ਨੂੰ ਮੈਂ ਛੱਡ ਦੇਵਾਂਗੀ, ਤੁਸੀਂ ਜਾਓ," ਛੋਟੀ ਨੂੰਹ ਬੋਲੀ। ਪਿਤਾ ਜੀ ਸਮਝ ਗਏ ਕਿ ਨੂੰਹ ਬੱਚਿਆਂ ਨੂੰ ਉਹਨਾਂ ਦੇ ਨਾਲ ਜਾਣ ਕਿਉਂ ਨਹੀਂ ਦੇਣਾ ਚਾਹੁੰਦੀ। ਉਹਨਾਂ ਨੇ ਆਪਣੀ ਨੂੰਹ ਨੂੰ ਪਹਿਲਾਂ ਵੀ ਕਹਿੰਦੇ ਸੁਣਿਆ ਸੀ, "ਗਵਾਰ ਪਿਤਾ ਜੀ ਦੇ ਨਾਲ ਰਹਿ ਕੇ ਮੇਰੇ ਬੱਚੇ ਵੀ ਪਿੰਡ ਦੀ ਭਾਸ਼ਾ ਅਤੇ ਤੌਰ ਤਰੀਕੇ ਸਿੱਖਦੇ ਜਾ ਰਹੇ ਹਨ।" ਪਿਤਾ ਜੀ ਥੈਲਾ ਅਤੇ ਪੈਸੇ ਚੁੱਕ ਕੇ ਦੁੱਧ ਲੈਣ ਨਿਕਲ ਪਏ ਅਤੇ ਆਪਣੀ ਸਵਰਗੀਏ ਪਤਨੀ ਸ਼ਾਂਤੀ ਨਾਲ ਗੱਲ ਕਰਦੇ ਜਾ ਰਹੇ ਸੀ। "ਤੂੰ ਤਾਂ ਭਾਗਸ਼ਾਲੀ ਨਿਕਲੀ ਜੋ ਸਿਰਫ ਵੱਡੇ ਪੁੱਤ ਨੂੰਹ ਦਾ ਅਪਮਾਨ ਝੇਲ ਕੇ ਸਵਰਗ ਸਿਧਾਰ ਗਈ।" ਸ਼ਰਮਾ ਜੀ ਦੇ ਦਿਲ ਵਿੱਚ ਆਪਣੇ ਵੱਡੇ ਪੁੱਤ ਸੁਨੀਲ ਦੇ ਘਰ ਬਿਤਾਏ ਕੁਝ ਦਿਨਾਂ ਦੀ ਕੜਵੀ ਯਾਦਾਂ ਤਾਜ਼ਾ ਹੋ ਗਈ। ਕਿਸ ਤਰ੍ਹਾਂ ਨਾਲ ਵੱਡੀ ਨੂੰਹ ਖਾਣੇ ਦਾ ਸਮਾਨ ਵੀ ਲੁਕੋ ਕੇ ਰੱਖ ਦਿੰਦੀ ਸੀ ਤਾਂ ਕਿ ਅਸੀਂ ਬੁੱਢੇ ਨਾ ਖਾ ਪਾਈਏ। ਇੱਕ ਦਿਨ ਸੋਫੇ ਪਰ ਬੈਠ ਕੇ ਜਦ ਅਖ਼ਬਾਰ ਪੜ੍ਹਦੇ ਹੋਏ ਮੈਂ ਦਾਤੂਨ ਚਬਾ ਰਿਹਾ ਸੀ ਤਾਂ ਸੁਨੀਲ ਨੇ ਟਿਕਾ ਕੇ ਜਵਾਬ ਦੇ ਦਿੱਤਾ ਸੀ,
ਪਿਤਾ ਜੀ, ਇਹ ਸ਼ਹਿਰ ਹੈ, ਤੁਹਾਡਾ ਪਿੰਡ ਨਹੀਂ। ਦੰਦ ਸਾਫ਼ ਕਰਨੇ ਹਨ ਤਾਂ ਬਾਥਰੂਮ ਵਿੱਚ ਜਾ ਕੇ ਕਰੋ। ਤੁਹਾਨੂੰ ਦੇਖ ਕੇ ਬੱਚੇ ਕਿਆ ਸਿੱਖਣਗੇ। 4 ਦਿਨ ਵਿੱਚ ਵਾਪਿਸ ਆਪਣੇ ਪਿੰਡ ਮੁੜ ਆਏ ਸੀ ਦੋਵੇਂ। ਪਿਛਲੀ ਯਾਦਾਂ ਦੇ ਸੈਲਾਬ ਵਿੱਚ ਡੁੱਬੇ ਸ਼ਰਮਾ ਜੀ ਨੂੰ ਪਤਾ ਹੀ ਨਹੀਂ ਚੱਲਿਆ ਕਿ ਕਦ ਦੁੱਧ ਦੀ ਦੁਕਾਨ ਪਰ ਪਹੁੰਚ ਗਏ। ਦੁੱਧ ਦੇ ਪੈਕਟ ਖਰੀਦ ਕੇ ਜਿਵੇਂ ਹੀ ਮੁੜੇ ਤਾਂ ਬੇਟੀ ਦਾ ਫੋਨ ਆ ਗਿਆ। ਕਿਵੇਂ ਹੋ ਪਿਤਾ ਜੀ? ਦਰਅਸਲ ਮੈਨੂੰ ਤੁਹਾਡੀ ਚਿੰਤਾ ਹੋ ਰਹੀ ਸੀ, ਸੋਚਿਆ ਫੋਨ ਕਰਕੇ ਹਾਲ ਚਾਲ ਪੁੱਛ ਲਵਾਂ। ਇੰਨੇ ਦਿਨਾਂ ਬਾਅਦ ਕਿਸੇ ਆਪਣੇ ਦੀ ਪਿਆਰ ਭਰੀ ਗੱਲਾਂ ਸੁਣ ਕੇ ਸ਼ਰਮਾ ਜੀ ਦੀ ਅੱਖਾਂ ਭਰ ਆਈ। ਰੁੱਧੇ ਗਲੇ ਨਾਲ ਬੋਲੇ, ਮੈਂ ਬਿਲਕੁਲ ਠੀਕ ਹਾਂ ਬੇਟਾ, ਮੈਨੂੰ ਕਿਆ ਹੋਇਆ ਹੈ? ਤੇਰੇ ਭਾਈ ਭਾਬੀ ਮੈਨੂੰ ਬਹੁਤ ਚੰਗੇ ਨਾਲ ਰੱਖਦੇ ਹਨ, ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦੇ, ਤੂੰ ਬਸ ਆਪਣਾ ਖਿਆਲ ਰੱਖਣਾ। ਕਹਿੰਦੇ ਹੋਏ ਪਿਤਾ ਜੀ ਨੇ ਜਲਦੀ ਨਾਲ ਫੋਨ ਕੱਟ ਦਿੱਤਾ। ਉਹਨਾਂ ਪਰ ਕਿਆ ਬੀਤ ਰਹੀ ਸੀ, ਉਹ ਆਪਣੀ ਬੇਟੀ ਨੂੰ ਦੱਸ ਕੇ ਉਸ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ ਸੀ। ਫੋਨ ਕੱਟਦੇ ਹੀ ਉਹਨਾਂ ਦੀ ਅੱਖਾਂ 'ਚੋਂ ਹੰਝੂ ਨਿਕਲ ਆਏ। ਕਾਸ਼ ਇਹ ਪਿਆਰ ਅਤੇ ਆਪਣਾਪਣ ਮੈਨੂੰ ਆਪਣੇ ਦੋਵੇਂ ਪੁੱਤਾਂ ਤੋਂ ਮਿਲ ਪਾਉਂਦਾ। ਸੋਚਦੇ ਹੋਏ ਪਿਤਾ ਜੀ ਨੇ ਖੁਦ ਨੂੰ ਸੰਭਾਲਦੇ ਹੋਏ ਫਿਰ ਤੋਂ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ। ਸੱਚਮੁੱਚ ਕਿਸੇ ਦੇ ਮੋਢਿਆਂ 'ਤੇ ਨਿਰਭਰ ਰਹਿ ਕੇ ਬੁਢਾਪਾ ਬਤੀਤ ਕਰਨਾ ਕਿੰਨਾ ਔਖਾ ਹੈ, ਉਹ ਵੀ ਜਦ ਪਤੀ ਪਤਨੀ ਵਿੱਚ ਤੋਂ ਇੱਕ ਚਲਾ ਜਾਵੇ ਤਾਂ ਜੀਵਨ ਬੋਝ ਜਿਹਾ ਲੱਗਣ ਲੱਗਦਾ ਹੈ। ਸ਼ਰਮਾ ਜੀ ਸੋਚਣ ਲੱਗੇ, ਸ਼ਾਂਤੀ ਜੀ ਤਾਂ ਸਵਰਗ ਸਿਧਾਰ ਗਈ, ਚੰਗੀ ਭਲੀ ਤਾਂ ਸੀ ਬੇਚਾਰੀ, ਬਸ ਹਲਕਾ ਜਿਹਾ ਬੁਖਾਰ ਅਤੇ ਸਿਰ ਦਰਦ ਹੋਇਆ ਸੀ। ਇੱਕ ਦਿਨ ਰਾਤ ਨੂੰ ਸੋਈ ਅਤੇ ਅਗਲੇ ਦਿਨ ਉੱਠੀ ਹੀ ਨਹੀਂ। ਚਲੋ ਚੰਗਾ ਹੀ ਹੈ, ਇਸ ਦੁਨੀਆ ਤੋਂ ਸੁਹਾਗਿਨ ਤੁਹਾਡੇ ਮੋਢਿਆਂ ਪਰ ਜਾਵਾਂ, ਇਹੀ ਤਾਂ ਕਹਿੰਦੀ ਸੀ ਉਹ ਹਮੇਸ਼ਾ। ਅਤੇ ਫਿਰ ਪਤਾ ਨਹੀਂ ਮੇਰੇ ਬਾਅਦ ਜੇਕਰ ਉਹ ਇਕੱਲੀ ਰਹਿ ਜਾਂਦੀ ਇਸ ਦੁਨੀਆ ਵਿੱਚ ਤਾਂ ਕਿਆ ਹਾਲ ਹੁੰਦਾ ਉਸਦਾ। ਮੈਂ ਤਾਂ ਅਪਮਾਨ ਦੇ ਘੁੱਟ ਪੀ ਕੇ ਜਿਵੇਂ ਤਿਵੇਂ ਰਹਿ ਰਿਹਾ ਹਾਂ ਇਹਨਾਂ ਲੋਕਾਂ ਦੇ ਨਾਲ। ਆਪਣੀ ਪੀੜਾ ਅਤੇ ਵੇਦਨਾ ਨੂੰ ਦਿਲ ਦੇ ਵਿੱਚ ਕਿਸੇ ਕੋਨੇ ਵਿੱਚ ਲੁਕਾਏ ਪਿਤਾ ਜੀ ਘਰ ਦੇ ਬਾਹਰ ਆ ਕੇ ਖੜ੍ਹੇ ਹੋਏ। ਤੇਜ਼ੀ ਨਾਲ ਤੁਰਨ ਦੇ ਕਾਰਨ ਉਹਨਾਂ ਦਾ ਸਾਹ ਫੁੱਲ ਰਿਹਾ ਸੀ, ਇਸ ਲਈ ਕੁਝ ਪਲਾਂ ਦੇ ਲਈ ਦਰਵਾਜ਼ੇ ਪਰ ਰੁਕ ਗਏ। ਜਿਵੇਂ ਹੀ ਦਰਵਾਜ਼ੇ ਦੀ ਬੈਲ ਵਜਾਣੇ ਦੇ ਲਈ ਹੱਥ ਚੁੱਕਿਆ, ਅੰਦਰ ਤੋਂ ਆਉਂਦੀ ਆਵਾਜ਼ਾਂ ਕੁਝ ਕੰਨਾਂ ਵਿੱਚ ਪਈ। ਤੁਸੀਂ ਵੱਡੇ ਭਾਈ ਨੂੰ ਕਿਉਂ ਨਹੀਂ ਕਹਿੰਦੇ ਪਿਤਾ ਜੀ ਨੂੰ ਲੈ ਜਾਣੇ ਦੇ ਲਈ? ਵੈਸੇ ਵੀ 6 ਮਹੀਨੇ ਹੋ ਚੁੱਕੇ ਹਨ ਉਹਨਾਂ ਨੂੰ ਇੱਥੇ ਰਹਿੰਦੇ ਹੋਏ। ਜਾਇਦਾਦ ਵਿੱਚ ਹਿੱਸਾ ਉਹ ਵੀ ਲੈਣਗੇ ਨਾ ਤਾਂ ਪਿਤਾ ਜੀ ਦੀ ਜ਼ਿੰਮੇਵਾਰੀ ਸਿਰਫ ਅਸੀਂ ਹੀ ਕਿਉਂ ਚੁੱਕੀਏ? ਛੋਟੀ ਨੂੰ ਮੀਨਾ ਦੀ ਆਵਾਜ਼ ਬਾਹਰ ਤੱਕ ਆ ਰਹੀ ਸੀ। ਚੀਕ ਕਿਉਂ ਰਹੀ ਹੋ? ਲਗਾ ਤਾਂ ਰਿਹਾ ਹਾਂ ਫੋਨ। ਅਰੇ ਭਾਈ, ਪਿਤਾ ਜੀ ਦਾ ਕਿਆ ਕਰਨਾ ਹੈ? ਮਤਲਬ 6 ਮਹੀਨੇ ਹੋ ਗਏ ਉਹਨਾਂ ਨੂੰ ਸਾਡੇ ਘਰ ਆਏ ਹੋਏ, ਪਰ ਤੁਸੀਂ ਅਤੇ ਭਾਬੀ ਤਾਂ ਉਹਨਾਂ ਨੂੰ ਲੈ ਜਾਣੇ ਦਾ ਨਾਮ ਹੀ ਨਹੀਂ ਲੈ ਰਹੇ ਹੋ। ਇਹ ਸੁਣਨੇ ਦੀ ਦੇਰ ਸੀ ਕਿ ਜਿਵੇਂ ਸ਼ਰਮਾ ਜੀ ਨੂੰ ਝਟਕਾ ਜਿਹਾ ਲੱਗਾ। ਦੁੱਧ ਦਾ ਥੈਲਾ ਅਤੇ ਬਾਕੀ ਬਚੇ ਪੈਸੇ ਉਹਨਾਂ ਨੇ ਦਰਵਾਜ਼ੇ ਦੇ ਬਾਹਰ ਹੀ ਰੱਖ ਦਿੱਤੇ। ਡਗਮਗਾਉਂਦੇ ਕਦਮਾਂ ਨਾਲ ਉਹ ਘਰ ਦੇ ਸਾਹਮਣੇ ਵਾਲੇ ਪਾਰਕ ਤੱਕ ਆਏ ਅਤੇ ਮੇਜ਼ ਪਰ ਬੈਠ ਗਏ। ਸ਼ਾਇਦ ਮੇਰੀ ਕਿਸਮਤ ਵਿੱਚ ਇਹ ਵੀ ਦੇਖਣਾ ਲਿਖਿਆ ਸੀ। ਦੂਜੇ ਘਰ ਦੀ ਕੁੜੀਆਂ ਦਾ ਕਿਆ ਦੋਸ਼ ਦੇਵਾਂ ਜਦ ਆਪਣੇ ਪੁੱਤ ਹੀ ਸਵਾਰਥੀ ਨਿਕਲਣ। ਕਹਿੰਦੇ ਹੋਏ ਪਿਤਾ ਜੀ ਆਪਣੀ ਬੇਵਸੀ ਪਰ ਹੰਝੂ ਵਹਾਉਣ ਲੱਗੇ। ਇੰਨੇ ਵਿੱਚ ਉਹਨਾਂ ਦੇ ਪਿੰਡ ਤੋਂ ਉਹਨਾਂ ਦੇ ਦੋਸਤ ਪ੍ਰੋਪਰਟੀ ਡੀਲਰ ਰਮੇਸ਼ ਦਾ ਫੋਨ ਆਇਆ, ਜਿਸ ਨੂੰ ਪਿਤਾ ਜੀ ਨੇ ਆਪਣਾ ਪਿੰਡ ਦਾ ਮਕਾਨ ਅਤੇ ਜ਼ਮੀਨ ਵੇਚਣੇ ਦੀ ਜ਼ਿੰਮੇਵਾਰੀ ਦਿੱਤੀ ਸੀ। ਅਰੇ ਸ਼ਰਮਾ ਜੀ, ਕਿਵੇਂ ਹੋ ਤੁਸੀਂ? ਤੁਹਾਡੇ ਪਿੰਡ ਵਾਲੇ ਮਕਾਨ ਦਾ ਖਰੀਦਦਾਰ ਮਿਲ ਗਿਆ ਹੈ। ਸ਼ਰਮਾ ਜੀ, ਜੋ ਆਪਣੇ ਪੁੱਤ ਦੁਆਰਾ ਦਿੱਤੇ ਗਏ ਜ਼ਖਮਾਂ ਨਾਲ ਪੂਰੀ ਤਰ੍ਹਾਂ ਟੁੱਟ ਚੁੱਕੇ ਸੀ, ਸਹਿਮੀ ਆਵਾਜ਼ ਵਿੱਚ ਬੋਲੇ। ਰਮੇਸ਼, ਮੈਂ ਪਿੰਡ ਵਾਪਿਸ ਆ ਰਿਹਾ ਹਾਂ। ਉਹਨਾਂ ਨੇ ਰਮੇਸ਼ ਜੀ ਨੂੰ ਸਾਰਾ ਹਾਲ ਕਹਿ ਸੁਣਾਇਆ।
ਥੋੜ੍ਹੀ ਦੇਰ ਦੋਸਤ ਨਾਲ ਗੱਲ ਕਰਨੇ ਦੇ ਬਾਅਦ ਸ਼ਰਮਾ ਜੀ ਨੇ ਕੁਝ ਫੈਸਲਾ ਲਿਆ। ਮਨ ਹੀ ਮਨ ਉਹਨਾਂ ਨੇ ਕੁਝ ਠਾਣ ਲਿੱਤਾ ਸੀ। ਪੂਰੇ ਮਨੋਬਲ ਦੇ ਨਾਲ ਉਹ ਘਰ ਦੀ ਤਰਫ ਵਧੇ ਅਤੇ ਡੋਰਬੈਲ ਵਜਾਈ। ਪਿਤਾ ਜੀ, ਤੁਸੀਂ ਤਾਂ ਬੜੇ ਲਾਪਰਵਾਹ ਨਿਕਲੇ। ਦੁੱਧ ਦੀ ਥੈਲੀ ਅਤੇ ਬਚੇ ਹੋਏ ਪੈਸੇ ਘਰ ਦੇ ਬਾਹਰ ਛੱਡ ਕੇ ਕਿੱਥੇ ਚਲੇ ਗਏ ਸੀ? ਦਰਵਾਜ਼ਾ ਖੋਲ੍ਹਦੇ ਹੀ ਛੋਟੀ ਨੂੰਹ ਚੀਕੀ। ਪਿਤਾ ਜੀ ਬਿਨਾਂ ਇੱਕ ਸ਼ਬਦ ਬੋਲੇ ਆਪਣੇ ਪੁੱਤ ਅਤੇ ਨੂੰਹ ਦੀ ਤਰਫ ਦੇਖਦੇ ਰਹੇ। ਪੌੜੀਆਂ ਦੀ ਤਰਫ ਜਾ ਹੀ ਰਹੇ ਸੀ ਕਿ ਅਚਾਨਕ ਛੋਟੇ ਪੁੱਤ ਦੀ ਆਵਾਜ਼ ਸੁਣ ਕੇ ਰੁਕ ਗਏ। ਅਰੇ ਹਾਂ ਪਿਤਾ ਜੀ, ਤੁਸੀਂ ਆਪਣਾ ਸਮਾਨ ਪੈਕ ਕਰ ਲਵੋ। ਸ਼ਾਮ ਨੂੰ ਭਾਈ ਆ ਰਿਹਾ ਹੈ ਤੁਹਾਨੂੰ ਆਪਣੇ ਘਰ ਲੈ ਜਾਣੇ ਦੇ ਲਈ। ਪਿਤਾ ਜੀ ਤਾਂ ਜਿਵੇਂ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸੀ। ਆਤਮ ਵਿਸ਼ਵਾਸ ਦੇ ਨਾਲ ਪਿੱਛੇ ਮੁੜਦੇ ਹੋਏ ਪਿਤਾ ਜੀ ਬੋਲੇ, ਸਮਾਨ ਪੈਕ ਮੈਂ ਨਹੀਂ, ਤੁਸੀਂ ਕਰੋਗੇ। ਕਿਆ ਮਤਲਬ ਹੈ ਤੁਹਾਡਾ? ਛੋਟੀ ਨੂੰਹ ਚੀਕੀ। ਮਤਲਬ ਵੀ ਸਮਝਾ ਦਿੰਦਾ ਹਾਂ। ਸ਼ਾਇਦ ਤੁਸੀਂ ਲੋਕ ਭੁੱਲ ਚੁੱਕੇ ਹੋ ਕਿ ਇਹ ਮਕਾਨ ਮੈਂ ਖਰੀਦਿਆ ਸੀ। ਅਸੀਂ ਸਭ ਲੋਕਾਂ ਦੇ ਰਹਿਣੇ ਦੇ ਲਈ, ਅਤੇ ਅੱਜ ਵੀ ਇਹ ਘਰ ਮੇਰੇ ਨਾਮ ਪਰ ਹੈ। ਇਸ ਘਰ ਵਿੱਚ ਕੌਣ ਰਹੇਗਾ ਅਤੇ ਕੌਣ ਨਹੀਂ, ਇਹ ਮੈਂ ਫੈਸਲਾ ਕਰੂੰਗਾ, ਤੁਸੀਂ ਲੋਕ ਨਹੀਂ। ਮੇਰੇ ਖੂਨ ਪਸੀਨੇ ਦੀ ਕਮਾਈ ਨਾਲ ਖਰੀਦੇ ਘਰ ਵਿੱਚ ਮੈਨੂੰ ਹੀ ਟੀਨ ਦੀ ਛੱਤ ਵਾਲਾ ਕਬਾੜਖਾਨਾ ਦੇ ਦਿੱਤਾ ਰਹਿਣੇ ਦੇ ਲਈ, ਅਤੇ ਇੱਥੇ ਤੁਹਾਡੇ ਲਈ ਆਲੀਸ਼ਾਨ ਬੈੱਡ ਅਤੇ ਏਅਰ ਕੰਡੀਸ਼ਨਰ ਦੀ ਹਵਾ। ਬਸ ਬਹੁਤ ਹੋਇਆ। 15 ਦਿਨ ਦਾ ਸਮੇਂ ਹੈ ਤੁਹਾਡੇ ਕੋਲ ਇਸ ਮਕਾਨ ਨੂੰ ਖਾਲੀ ਕਰਨੇ ਦੇ ਲਈ। ਤਾਂ ਕਿਆ ਤੁਸੀਂ ਇਕੱਲੇ ਇਸ ਮਕਾਨ ਵਿੱਚ ਰਹੋਗੇ? ਪੁੱਤ ਬੋਲਿਆ। ਜੀ ਨਹੀਂ, ਇਸ ਮਕਾਨ ਨੂੰ ਵੇਚ ਕੇ ਮੈਂ ਵਾਪਿਸ ਆਪਣੇ ਪਿੰਡ ਜਾ ਰਿਹਾ ਹਾਂ। ਆਪਣੇ ਪੁਰਾਣੇ ਮਕਾਨ ਵਿੱਚ, ਜਿੱਥੇ ਮੇਰੀ ਪਤਨੀ ਦੀ ਯਾਦਾਂ ਵਸਦੀਆਂ ਹਨ। ਘੱਟ ਤੋਂ ਘੱਟ ਉੱਥੇ ਮੈਂ ਪੁਰਾਣੇ ਦੋਸਤਾਂ ਦੇ ਨਾਲ ਬੈਠ ਕੇ ਹਾਲ ਚਾਲ ਤਾਂ ਵੰਡ ਸਕਦਾ ਹਾਂ। ਪਿਤਾ ਜੀ, ਤੁਸੀਂ ਤਾਂ ਸਾਨੂੰ ਪਲ ਵਿੱਚ ਪਰਾਇਆ ਕਰ ਦਿੱਤਾ। ਪੁੱਤ ਨੂੰ ਮਿੰਨਤਾਂ ਕਰਨ ਲੱਗੇ। ਇਹ ਫੈਸਲਾ ਲੈਣੇ ਤੋਂ ਪਹਿਲਾਂ ਇੰਨਾ ਵੀ ਨਹੀਂ ਸੋਚਿਆ ਕਿ ਇੰਨੀ ਜਲਦੀ ਅਸੀਂ ਰਹਿਣੇ ਦਾ ਇੰਤਜ਼ਾਮ ਕਿਵੇਂ ਕਰਾਂਗੇ। ਪਰਾਇਆ ਕਿਸ ਨੇ ਕਿਸ ਨੂੰ ਕੀਤਾ ਹੈ, ਇਹ ਤੁਸੀਂ ਕਦੀ ਆਰਾਮ ਨਾਲ ਬੈਠ ਕੇ ਸੋਚਣਾ। ਅਤੇ ਤੁਹਾਡਾ ਪਿਤਾ ਹਾਲੇ ਤੱਕ ਇੰਨਾ ਕਠੋਰ ਦਿਲ ਨਹੀਂ ਹੋਇਆ। ਇਸ ਲਈ ਜਦ ਤੱਕ ਤੁਹਾਡਾ ਇੰਤਜ਼ਾਮ ਕਿਤੇ ਹੋਰ ਨਹੀਂ ਹੋ ਜਾਂਦਾ, ਤਦ ਤੱਕ ਤੁਸੀਂ ਟੀਨ ਦੀ ਛੱਤ ਵਾਲੇ ਕਬਾੜਖਾਨੇ ਵਿੱਚ ਰਹਿ ਸਕਦੇ ਹੋ। ਮੈਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਹੋਵੇਗਾ। ਪੁੱਤ ਨੂੰ ਹੱਕੇ ਬੱਕੇ ਹੋ ਕੇ ਪਿਤਾ ਜੀ ਦੀ ਤਰਫ ਲਗਾਤਾਰ ਦੇਖ ਰਹੇ ਸੀ, ਅਤੇ ਪਿਤਾ ਜੀ ਗਜ਼ਬ ਦੇ ਆਤਮ ਵਿਸ਼ਵਾਸ ਦੇ ਨਾਲ ਆਪਣੇ ਉਸ ਕਮਰੇ ਦੀ ਤਰਫ ਵੱਧ ਗਏ ਜੋ ਉਹਨਾਂ ਨੇ ਆਪਣੇ ਅਤੇ ਆਪਣੀ ਪਤਨੀ ਦੇ ਲਈ ਬਣਵਾਇਆ ਸੀ। ਅੱਜ ਪਹਿਲੀ ਵਾਰ ਉਹਨਾਂ ਨੂੰ ਮਖਮਲੀ ਗੱਦੇ ਪਰ ਸਕੂਨ ਨਾਲ ਲੇਟਣ ਦਾ ਸੁਭਾਗ ਮਿਲ ਰਿਹਾ ਸੀ। ਸਟੋਰੀ ਕਿਵੇਂ ਲੱਗੀ? ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।